ਸਾਡਾ ਜਿਹੜਾ ਟੌਪਿਕ ਚੱਲੇਗਾ ਅੱਜ ਉਹ ਹੈ ਲੇਟਰ ਵੈਦਿਕ ਏਜ, ਉੱਤਰ ਵੈਦਿਕ ਕਾਲ। ਅਸੀਂ ਰਿਗ ਵੈਦਿਕ ਕਾਲ ਦੇ ਵਿੱਚ ਦੇਖਿਆ ਕਿ ਜਿਹੜਾ ਉਹਨਾਂ ਦਾ ਲਿਟਰੇਚਰ ਸੀਗਾ ਜਾਂ ਜਿਹੜਾ ਉਹਦਾ ਮੇਨ ਸੋਰਸ ਸੀਗਾ ਸਾਡੇ ਕੋਲੇ ਜਾਣਕਾਰੀ ਦਾ, ਉਹ ਹੈ ਰਿਗਵੇਦ ਔਰ ਉਸ ਦੇ ਬੇਸ ਦੇ ਉੱਤੇ ਚੱਲੀਆਂ ਹੋਈਆਂ ਟ੍ਰੈਡੀਸ਼ਨਸ। ਜਦੋਂ ਅਸੀਂ ਉੱਤਰ ਵੈਦਿਕ ਕਾਲ ਦੇ ਵਿੱਚ ਜਾਂਦੇ ਹਾਂ ਤਾਂ ਸਾਨੂੰ ਬਹੁਤ ਸਾਰਾ ਹੋਰ ਲਿਟਰੇਚਰ ਜਿਹੜਾ ਹੈਗਾ ਦੇਖਣ ਨੂੰ ਮਿਲਦਾ ਹੈ। ਇਸ ਤੋਂ ਪਹਿਲਾਂ ਕਿ ਅਸੀਂ ਇਸ ਪੂਰੇ ਲਿਟਰੇਚਰ ਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਰਿਗ ਵੈਦਿਕ ਕਾਲ ਔਰ ਉਸ ਤੋਂ ਬਾਅਦ ਬਾਕੀ ਦੇ ਜਿਹੜੇ ਵੇਦ ਨੇ ਉਸ ਨੂੰ, ਤਾਂ ਅਸੀਂ ਇੱਕ ਦੋ ਸ਼ਬਦਾਂ ਦਾ ਪ੍ਰਯੋਗ ਉਹਦੇ ਵਿੱਚ ਸੁਣਦੇ ਹਾਂ। ਇੱਕ ਲਿਟਰੇਚਰ ਨੂੰ ਅਸੀਂ ਕਹਿ ਦਿੰਦੇ ਹਾਂ ਸ਼ਰੂਤੀ ਔਰ ਇੱਕ ਨੂੰ ਅਸੀਂ ਕਹਿ ਦਿੰਦੇ ਹਾਂ ਸਮ੍ਰਿਤੀ। ਸ਼ਰੂਤੀ ਦਾ ਮਤਲਬ ਹੈ ਸੁਣਨਾ, ਸਮ੍ਰਿਤੀ ਦਾ ਮਤਲਬ ਹੈ ਯਾਦ ਰੱਖਣਾ। ਤਾਂ ਸ਼ਰੂਤੀ ਵਿੱਚ ਉਹ ਲਿਟਰੇਚਰ ਆਉਂਦਾ ਜੋ ਧਾਰਮਿਕ ਪਰੰਪਰਾਵਾਂ ਰਿਸ਼ੀਆਂ ਮੁਨੀਆਂ ਨੇ ਈਸ਼ਵਰ ਤੋਂ ਯਾਨੀ ਈਸ਼ਵਰ ਤੋਂ ਪ੍ਰਾਪਤ ਕੀਤੀਆਂ। ਉਰੇ ਦੇਖੋ ਦੋ ਕਨਸੈਪਟ ਨੇ, ਬੰਦੇ ਨੂੰ ਸਮਝਣ ਦੇ ਲਈ ਸਮਝ ਸਕਦੇ ਹਾਂ। ਅਤੇ ਉਸ ਤੋਂ ਬਾਅਦ ਉਹ ਜਨਰੇਸ਼ਨ ਟੂ ਜਨਰੇਸ਼ਨ ਉਹਨਾਂ ਨੇ ਅੱਗੇ ਦੇ ਅੱਗੇ ਕਨਵੇ ਕੀਤੀਆਂ, ਉਹਨੂੰ ਅਸੀਂ ਸ਼ਰੂਤੀ ਕਹਿ ਦਿੰਦੇ ਹਾਂ। ਉਹ ਸ਼ਰੂਤੀ ਦਾ ਮਤਲਬ ਇਹ ਵੀ ਹੈਗਾ ਜਿਸ ਨੂੰ ਧਾਰਮਿਕ ਤੌਰ ਦੇ ਉੱਤੇ ਲਈਏ ਕਿ ਈਸ਼ਵਰ ਨੇ ਉਹ ਗਿਆਨ ਜਿਹੜਾ ਸੀਗਾ ਕੁਝ ਲੋਕਾਂ ਨੂੰ ਦਿੱਤਾ। ਉਹਦੇ ਵਿੱਚ ਕਿਉਂਕਿ ਇੱਕ ਵਿਅਕਤੀ ਨਹੀਂ ਆ, ਬਹੁਤ ਸਾਰੇ ਰਿਸ਼ੀ ਮੁਨੀ ਨੇ, ਤਾਂ ਉਹਨਾਂ ਨੂੰ ਗਿਆਨ ਈਸ਼ਵਰੀਏ ਗਿਆਨ ਮਿਲਿਆ ਔਰ ਉਹਨਾਂ ਨੇ ਉਹ ਈਸ਼ਵਰੀਏ ਗਿਆਨ, ਕਿਉਂਕਿ ਟਰੁੱਥ ਹੁੰਦਾ ਜਿਸ ਨੂੰ ਅਸੀਂ ਆਮ ਤੇ ਕਹਿੰਦੇ ਹਾਂ, ਹੈ ਨਾ, ਅਤੇ ਉਹ ਗੋਡਸ ਟਰੁੱਥ ਜਿਹੜਾ ਹੈਗਾ ਉਹ ਉਹਨਾਂ ਦੀ ਸ਼ਰੂਤੀ ਬਣਿਆ ਔਰ ਉਹ ਅੱਗੇ ਦੀ ਅੱਗੇ ਕਨਵੇ ਹੋਇਆ। ਪਰ ਇਸ ਨੂੰ ਅਸੀਂ ਜਦੋਂ ਥੋੜ੍ਹਾ ਜਿਹਾ ਹੋਰ ਕਿਸੇ ਢੰਗ ਨਾਲ ਦੇਖਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਜਿਹੜਾ ਗਿਆਨ ਹੈ, ਕਿਉਂਕਿ ਅਸੀਂ ਅੱਜ ਕੱਲ੍ਹ ਮੰਨਦੇ ਹਾਂ ਔਰ ਸਾਡੇ ਧਰਮ ਵੀ ਮੰਨਦੇ ਨੇ ਔਰ ਸਾਇੰਸ ਵੀ ਕੁਛ ਹੱਦ ਤੱਕ ਇਸ ਗੱਲ ਨੂੰ ਐਕਸੈਪਟ ਕਰਦੀ ਹੈ ਕਿ ਜਿਹੜਾ ਸਾਡੀ ਨੌਲੇਜ ਹੈਗੀ ਹੈ ਉਹ ਸਾਡੇ ਬ੍ਰੇਨ 'ਚ ਹੈਗੀ ਹੈ, ਸਾਡੇ ਅੰਦਰ ਹੈਗੀ ਹੈ। ਅਸੀਂ ਉਹ ਆਪਣੇ ਹੀ ਅੰਦਰੋਂ ਉਸ ਗਿਆਨ ਨੂੰ ਦੇ ਪਰਦੇ ਹਟਾਉਂਦੇ ਹਾਂ ਤਾਂ ਉਸ ਨੂੰ ਰੀਅਲਾਈਜ਼ ਕਰਦੇ ਹਾਂ। ਤਾਂ ਯਾਨੀ ਅਸੀਂ ਜਦੋਂ ਉਸ 'ਤੇ ਚਿੰਤਨ ਕਰਦੇ ਕਰਦੇ, ਮੰਥਨ ਕਰਦੇ ਕਰਦੇ, ਉਸ ਨੂੰ ਅਲੱਗ-ਅਲੱਗ ਤਰੀਕਿਆਂ ਦੇ ਨਾਲ ਉਸ ਦੇ ਉੱਤੇ ਸੋਚਦੇ ਸਾਨੂੰ ਉਹ ਟਰੁੱਥ ਰਿਵੀਲ ਹੁੰਦਾ ਹੈ। ਸਾਨੂੰ ਜਿਵੇਂ ਕਹਿੰਦੇ ਕਿ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ, ਅਤੇ ਉਹਨੂੰ ਅਸੀਂ ਕਹਿ ਦਿੰਦੇ ਹਾਂ ਕਿ ਈਸ਼ਵਰ ਨੇ ਮੇਰੇ ਉੱਤੇ ਮਿਹਰ ਕਰ ਦਿੱਤੀ, ਤਾਂ ਉਹਨੂੰ ਵੀ ਅਸੀਂ ਈਸ਼ਵਰੀਏ ਗਿਆਨ ਕਹਿ ਦਿੰਦੇ ਹਾਂ। ਤਾਂ ਉਹ ਪਾਠ ਬਣਿਆ ਸਾਡੇ ਕੋਲੇ ਸ਼ਰੂਤੀ। ਦੂਸਰਾ ਹੈ ਸਮ੍ਰਿਤੀ। ਇਹ ਵੈਦਿਕ ਲਿਟਰੇਚਰ ਦਾ ਉਹ ਪਾਠ ਹੈ ਜੋ ਰਿਸ਼ੀ ਮੁਨੀਆਂ ਨੇ ਯਾਦ ਰੱਖਦੇ ਹੋਏ ਬਾਅਦ ਦੇ ਵਿੱਚ ਉਸ ਨੂੰ ਅੱਗੇ ਕਨਵੇ ਕੀਤਾ ਔਰ ਬਾਅਦ 'ਚ ਉਸ ਨੂੰ ਲਿਖਿਆ ਜਾਣ ਲੱਗ ਗਿਆ ਔਰ ਇਹਨੂੰ ਬਾਅਦ ਦੇ ਵਿੱਚ ਸਮ੍ਰਿਤੀ ਦਾ ਨਾਮ ਦਿੱਤਾ ਗਿਆ। ਹੁਣ ਅਸੀਂ ਇਹਦੇ 'ਚ ਦੇਖਣਾ ਕਿ ਲਿਟਰੇਚਰ ਆਂਦਾ ਕਿਹੜਾ। ਅਸੀਂ ਚਾਰ ਵੇਦਾਂ ਦੀ ਗੱਲ ਤਾਂ ਸਾਰੇ ਅਸੀਂ ਵਾਰ-ਵਾਰ ਕੀਤੀ ਹੈਗੀ ਹੈ, ਰਿਗਵੇਦ, ਸਾਮਵੇਦ, ਯਜੁਰਵੇਦ, ਅਥਰਵਵੇਦ। ਅਸੀਂ ਇਹ ਜਦੋਂ ਚਾਰ ਵੇਦਾਂ ਦੀ ਗੱਲ ਕਰਦੇ ਹਾਂ ਤਾਂ ਉਹਦੇ 'ਚ ਨੈਚੁਰਲੀ ਹੈ ਕਿ ਜਿਹੜਾ ਰਿਗਵੇਦ ਹੈ ਉਹ ਸਭ ਤੋਂ ਪੁਰਾਣਾ ਹੈ ਔਰ ਇਹ ਦੁਨੀਆ ਦੀ ਸਭ ਤੋਂ ਪੁਰਾਣੀ ਧਾਰਮਿਕ ਜਿਹੜੀ ਹੈਗੀ ਹੈ ਪੁਸਤਕ ਵੀ ਇਸ ਨੂੰ ਮੰਨਿਆ ਜਾਂਦਾ ਹੈਗਾ। ਹਾਲਾਂਕਿ ਉਸ ਵੇਲੇ ਪੁਸਤਕ ਦੇ ਰੂਪ ਦੇ ਵਿੱਚ ਨਹੀਂ ਸੀ, ਪੁਸਤਕ ਦੇ ਰੂਪ ਦੇ ਵਿੱਚ ਬਾਅਦ ਦੇ ਵਿੱਚ ਆਈ ਹੈ ਔਰ ਇਹ ਦੋ ਸ਼ਬਦਾਂ ਤੋਂ ਮਿਲ ਕੇ ਬਣਿਆ ਹੈ। ਇੱਕ ਦਾ ਮਤਲਬ ਹੈ ਰਿਗ, ਜਿਹਦਾ ਅਰਥ ਹੁੰਦਾ ਹੈ ਉਸਤਤੀ, ਅਤੇ ਵੇਦ ਜਿਸ ਦਾ ਅਰਥ ਹੈ ਮੰਤਰ, ਯਾਨੀ ਈਸ਼ਵਰ ਜਾਂ ਦੇਵਤਾਵਾਂ ਦੀ ਉਸਤਤੀ ਦੇ ਵਿੱਚ ਲਿਖੇ ਗਏ ਮੰਤਰ, ਉਹਨਾਂ ਨੂੰ ਕਿਹਾ ਜਾਂਦਾ ਹੈ ਰਿਗਵੇਦ। ਔਰ ਇਸ ਦੇ 10 ਮੰਡਲ ਨੇ ਔਰ ਇਹਦੇ 'ਚ 1028 ਸੂਕਤ ਨੇ ਔਰ 10,500 ਜਿਹੜੇ ਨੇ ਇਸ ਦੇ ਸ਼ਲੋਕ ਨੇ। ਔਰ ਇਹ ਸਾਰੇ ਦੇ ਸਾਰੇ ਉਹਨਾਂ ਜਿਹੜੇ ਮੰਤਰ ਨੇ ਉਹ ਜਿਹੜੇ ਉਸ ਵੇਲੇ ਦੇ ਜਿੰਨੇ ਦੇਵਤਾ ਸੀਗੇ, ਜਿਨ੍ਹਾਂ ਦੇ ਵਿੱਚ ਅਸੀਂ ਕਾਫੀਆਂ ਦਾ ਜ਼ਿਕਰ ਜਿਹੜਾ ਹੈ ਉਸ ਵੇਲੇ ਕੀਤਾ ਹੈਗਾ ਪੁਰਾਣੇ ਪਿਛਲੇ ਲੈਕਚਰ ਦੇ ਵਿੱਚ, ਤਾਂ ਉਹਨਾਂ ਦੀ ਸਤੁਤੀ ਦੇ ਵਿੱਚ ਨੇ। ਔਰ ਇਸ ਸੰਬੰਧ ਦੇ ਵਿੱਚ ਜਿਨ੍ਹਾਂ ਦੀ ਜਿਹੜੀ ਰਿਸ਼ੀ ਹੈ ਉਹਨਾਂ ਦੀ ਜਿਹੜੀ ਕੰਟਰੀਬਿਊਸ਼ਨ ਕਹੀ ਜਾਂਦੀ ਹੈ ਉਹ ਲਗਭਗ 300 ਤੋਂ ਵੱਧ ਕਹੀ ਜਾਂਦੀ ਹੈ ਵੀ ਇਹਨਾਂ ਰਿਸ਼ੀਆਂ ਮੁਨੀਆਂ ਨੇ ਇਸ ਚੀਜ਼ਾਂ ਨੂੰ ਡਿਸਕਵਰ ਕੀਤਾ। ਉਹਨਾਂ ਵਿੱਚ ਖਾਸ ਤੌਰ ਦੇ ਉੱਤੇ ਅਸੀਂ ਅਤਰੀ, ਭਾਰਦਵਾਜ, ਵਿਸ਼ੇਸ਼ਟ, ਵਿਸ਼ਵਾਮਿੱਤਰ, ਵਾਸੂਦੇਵ, ਕਾਨਵ, ਇਹ ਜਿਹੜੇ ਕੁਝ ਪ੍ਰਸਿੱਧ ਰਿਸ਼ੀ ਮੁਨੀ ਨੇ, ਅਸੀਂ ਇਹਨਾਂ ਦਾ ਨਾਮ ਲੈਂਦੇ ਹਾਂ। ਉਸ ਤੋਂ ਬਾਅਦ ਅਸੀਂ ਇੱਕ ਦੂਸਰੇ ਵੇਦ ਦਾ ਜ਼ਿਕਰ ਕਰਦੇ ਹਾਂ ਜਿਸ ਦਾ ਮਤਲਬ ਹੈ ਸਾਮ। ਸਾਮਵੇਦ ਦੇ ਜਿਹੜੇ ਬਹੁਤ ਸਾਰੇ ਮੰਤਰ ਨੇ ਉਹ ਮਿਲਦੇ ਨੇ, ਜਿਹੜੇ ਤੁਸੀਂ ਕਹਿ ਸਕਦੇ ਹੋ ਰਿਗਵੇਦ ਦੇ ਨਾਲ, ਠੀਕ ਹੈ। ਔਰ ਉਸ ਤੋਂ ਲਸਰ ਕਹਿੰਦੇ ਆ ਕਿ ਸਿਰਫ ਜਿਹੜੇ ਸਾਮ ਦਾ ਮਤਲਬ ਹੁੰਦਾ ਹੈ ਗੀਤ, ਤੇ ਯਾਨੀ ਉਹਨਾਂ ਮੰਤਰਾਂ ਨੂੰ ਗੀਤ ਦੇ ਰੂਪ ਦੇ ਵਿੱਚ ਕਿਹਾ ਜਾਣ ਲੱਗਿਆ। ਯਾਨੀ ਤੁਸੀਂ ਇਹ ਵੀ ਕਹਿ ਸਕਦੇ ਕਿ ਸਾਮਵੇਦ ਤੋਂ ਦੁਨੀਆ ਦੇ ਅੰਦਰ ਮਿਊਜ਼ਿਕ ਦੀ ਸ਼ੁਰੂਆਤ ਵੀ ਅਸੀਂ ਮੰਨਦੇ ਹਾਂ। ਯੱਗ ਦੇ ਵਿੱਚ ਜਿਹੜੇ ਮੰਤਰ ਸੀ ਉਹ ਗਾਏ ਜਾਣ ਲੱਗ ਗਏ, ਯਾਨੀ ਇੱਕ ਲੈਅ ਦੇ ਵਿੱਚ, ਇੱਕ ਸੁਰ ਦੇ ਵਿੱਚ ਬੋਲੇ ਜਾਣ ਲੱਗ ਗਏ, ਦੇਵਤਾਵਾਂ ਨੂੰ ਪ੍ਰਸ਼ੰਸਾ ਖੁਸ਼ ਕਰਨ ਦੇ ਲਈ, ਉਸ ਨੂੰ ਰਿਅਲਾਈਜ਼ ਕਰਨ ਦੇ ਲਈ। ਔਰ ਜਿਹੜੇ ਮੰਤਰ ਉਸ ਨੂੰ ਗਾਉਂਦੇ ਸਨ ਲੋਕ, ਉਹਨਾਂ ਨੂੰ ਉਦਗਾਤਾ ਕਿਹਾ ਜਾਣ ਲੱਗ ਗਿਆ।
इस विच 1549 के करीब मंत्र ने और केवल उसके अपने 75 मंत्र ने और बाकी दे सारे जिहड़े मंत्र ने वो ऋग्वेद के 8वें ते 9वें मंडल विचों ले गए ने। तो इस दे मंत्रां नूं गाउण दे लई 7 सुरां दी वरतों कीती गई जो अज तक भी वो 7 सुर जिहड़े ने वो चलदे ने और सारा संगीत जिहड़ा हैगा वो उन्हां 7 सुरां दे उत्ते बेस्ड असीं अज भी देखदे हैगे। ये एक चीज़ बड़ी इंपोर्टेंट तुसी याद रखनी है कि उरे हुण एक अलग कैटेगरी बनी कि जेड़ा उस मंत्र नूं गा के बोलेगा उसनूं उद्गाता कहा गया। ये सानू अगे बहुत सारिया टर्मिनोलॉजीज और चीज़ों को समझण दे विच चीज़ सहायक होएगी कि जदों कोई चीज़ कोई स्पैशलाइज्ड हो जाती है और वह कोई स्पैशलाइज्ड बंदा नियुक्त हो जाता है तो उस चीज़ तो दूसरे बंदियां दा जिहड़ा कॉन्टैक्ट हैगा वो हौली हौली घटना शुरू हो जाता है क्योंकि मन्निया जान लग जाता है विद द पैसेज ऑफ टाइम भी ये चीज़ नूं यही बेहतर कर सकते हैं। इस करके उन्हां दे जिम्मे ही वो काम रह जाता है तो दूसरे उस तो दूर हटना शुरू हो जाते हैं जो कि समाज दे विच कुछ चंगियां चीज़ां भी रखते हैं, उसकी प्योरिटी बनी रहती है, उसकी इंटैग्रिटी बनी रहती है, उस त्रुटि नहीं आती, लेकिन नाल दी नाल कॉमन मैन कॉमन मासिस उस हाईली क्वालीफाइड चीज़ों तो वंचित भी हो जाते हैं। ये चीज़ां असीं लेटर स्टेज से देखांगे जिते जिहड़ी तुसीं अजकल दी कास्ट सिस्टम दे विच जिहड़ियां बहुत सारियां त्रुटियां तुसीं देखदे हो वो किते ना किते साइकोलॉजिकली इस चीज़ के नाल असीं शुरुआत दे विच देखदे हां कि वो निकल के आंदियां ने। तीसरे वेद जिहदा असीं जिक्र करते हैं वह है जजुर। जजुर का भी दो मतलब ने, जजू और वेद। जजू का अर्थ है यजन भाव पूजन कि तुसीं जिहड़ा हवन और यज्ञ करना है वो किस ढंग दे नाल करना है। इसनूं पढ़न तो पता लगता है कि आर्यां दे जिहड़े समाजिक ते धार्मिक जीवन सी उन्हां च किन्ना परिवर्तन आ चुका सी ऋग्वैदिक काल दे नालों और किस ढंग दे नाल वो इहदे च 40 चैप्टर्स ने 1990 जिहड़े ने वो इसदे मंत्र ने ते वो किस तरीके दे नाल उन्हां नूं सारा व्याख्या की गई है कि तुसीं हवन और जग जिहड़ा हैगा वो किद्दां करना है क्योंकि उस वेले जिहड़ा ये वेद है क्योंकि यज्ञ प्रधान है इस करके ब्राह्मणों का महत्व उस वध गया। जिद्दां मैं पहले कहा कि जिहड़े लोग उस यज्ञ नूं करन दी एक्सपर्टाइज रखते सी, नॉलेज रखते सी, नैचुरली है कि उन्हां दी इंपोर्टेंस जिहड़ी है वो इस समय तक आंदे आंदे वध गई। दूसरी चीज़ ये भी है कि एरिया भी शिफ्ट हो रहा है जिसनूं असीं बाद दे विच भी डिस्कस करांगे क्योंकि जिद्दां जिद्दां वैदिक काल एक्सपैंड होया उसका एरिया वधिया उसका जोग्राफिकली एक्सपेंशन होंदी है तो वो अगलियां जिहड़ियां होर स्टेजिस ऐड होंदियां तो उन्हां दे विच नवीआं चीज़ां जिहड़ियां ने वो ऐड होंदियां चलियां जांदियां। इस करके असीं यजुर्वेद वेले देखदे हां कि जिहड़ा उन्हां दा बेस है वो हुण सप्त सिंधु की थां ते कुरुक्षेत्र तक पहुँच गया है जिहड़ा असीं नाल दे हरियाणे दे विच देखदे हैं। चौथा वेद साडे कोले आंदा है जिसका नाम है अथर्व वेद। इस दे शब्दिक जिहड़े अर्थ ने इस तरह बनते हैं कि अथ का अर्थ होंदा है मंगना अथवा मंगल या कल्याण। अथर्व का अर्थ होंदा है अग्नि अते अथर्व का अर्थ पुजारी भी है। इस तरह जिहड़े असीं कह सकते हैं कि इसनूं जिहड़ा अथर्व वेद कहा गया जिस विच पुजारी मंत्रां ते अग्नि की सहायता नाल मनुक्खां नूं अलग अलग तुसीं कह लो भी जिहड़े डरावनियां चीज़ां ने उन्हां तो बचा के उन्हां दा कल्याण करदे सन। इसनूं इस ढंग दे नाल भी कई इतिहासकारां ने उल्लेख करन दी कोशिश कीती है। इहदे विच जिहड़े ने 5839 जिहड़े ने वो मंत्र ने जिहदे चों 731 सूकत ने और 20 इसदे मंडल ने और ये जानी तुसीं कह लो कि जो मनुख दे असीं रूटीन दे विच देखदे हां भूत प्रेत जे वो सारियां चीज़ां उन्हां तो बचन दे मंत्र भी इहदे विच मैंशन कीते गए ने और 1200 दे लगभग जिहड़े मंत्र ने वो ऋग्वेद दे ही लत्ते गए ने। ईश्वर दी जिहड़ी देवतावां दे माध्यम दे नाल जिहड़ी स्तुति है उसनूं लत्ते गए ने। यज्ञ बारे बहुत घੱਟ मंत्र ने लेकिन जिहड़ी एक एडिशनल चीज़ है कि जिहड़े साडे कुदरती इलाज ने जिन्होंने तुसीं अजकल आयुर्वेद कह दिंदे हो उस नाल संबंधित बहुत सारे मंत्र इहदे विच ने जिवें बुखार है, सप दा जहर है उसनूं ठीक करना, पीलिया है, खांसी है, होर भी जिहड़ियां कुछ बीमारियां ने जिहड़ियां उस वेले आम तौर दे उत्ते लोकां नूं ग्रस्त करदियां सन तो उन्हां दियां जड़ी बूटियां दी डिस्कवरी भी इहदे विच जिहड़ी हैगी है वो शामिल होंदी है क्योंकि समय के अनुसार जिहड़े ऋषि मुनि सी उन्हां सारियां चीज़ां दी रिसर्च करते रहे और उसनूं अगे दी अगे इनफॉर्मेशन जिहड़ी है प्रोवाइड करते रहे उसनूं कंपाइल करते हुए तो इस तरीके दे नाल 4 वेद जिहड़े प्रमुख लिटरेचर बनते हैं वैदिक सहित।
ਲੇਕਿਨ ਉਸ ਤੋਂ ਬਾਅਦ ਜਦੋਂ ਸਮਾਂ ਬੀਤਣ 'ਤੇ ਕਈ ਵਾਰੀ ਚੀਜ਼ਾਂ ਨੂੰ ਸਮਝਣ ਦੇ ਵਿੱਚ ਸਾਨੂੰ ਦਿੱਕਤ ਆਉਂਦੀ ਹੈ, ਤਾਂ ਫਿਰ ਅਸੀਂ ਉਹਦੀਆਂ ਕੁਝ ਐਕਸਪਲੇਨੇਸ਼ਨਸ ਬਣਾਉਂਦੇ ਹਾਂ, ਉਹਨੂੰ ਸਮਝਾਉਣ ਦੇ ਲਈ ਤੌਰ ਤਰੀਕੇ ਅਪਣਾਉਂਦੇ ਹਾਂ। ਇਸੇ ਤਰੀਕੇ ਦੇ ਨਾਲ ਜਿਹੜੇ ਕੁਝ ਨਵੇਂ ਲਿਟਰੇਚਰ ਅਰਾਈਜ਼ ਹੋਇਆ, ਉਹਦੇ ਨਾਲ ਉਹਨੂੰ ਅਸੀਂ ਕਹਿ ਦਿੰਦੇ ਹਾਂ ਬ੍ਰਾਹਮਣ ਗ੍ਰੰਥ। ਲਗਭਗ ਹਰ ਵੇਦ ਦੇ ਅਲੱਗ ਬ੍ਰਾਹਮਣ ਗ੍ਰੰਥ ਬਣੇ ਔਰ ਉਹਨਾਂ ਵਿੱਚ ਵੇਦਾਂ ਦੇ ਮੰਤਰਾਂ ਦੀ ਵਿਆਖਿਆ ਕੀਤੀ ਗਈ, ਯੱਗ ਦੇ ਸਵਰੂਪ ਦੀਆਂ ਵਿਧੀਆਂ ਦੀ ਵਿਆਖਿਆ ਕੀਤੀ ਗਈ। ਤਾਂ ਉਹਨਾਂ ਨੂੰ ਜ਼ਿਆਦਾ ਹੋਰ ਤੁਸੀਂ ਕਹਿ ਲਓ ਸਰਲ ਤਰੀਕੇ ਦੇ ਨਾਲ ਐਕਸਪਲੇਨ ਕਰਨ ਦੀ ਕੋਸ਼ਿਸ਼ ਕੀਤੀ ਗਈ। ਐਗਜ਼ਾਮਪਲ ਦੇ ਤੌਰ ਦੇ ਉੱਤੇ ਰਿਗਵੇਦ ਦੇ ਜਿਹੜੇ ਬ੍ਰਾਹਮਣ ਨੇ, ਐਤਰੀਏ ਬ੍ਰਾਹਮਣ ਹੈ, ਕੁਸ਼ਿਤਕੀ ਬ੍ਰਾਹਮਣ ਹੈ। ਇਸੇ ਤਰੀਕੇ ਨਾਲ ਕ੍ਰਿਸ਼ਨ ਯਜੁਰਵੇਦ ਦਾ ਜਿਹੜਾ ਬ੍ਰਾਹਮਣ ਹੈ ਉਸਨੂੰ ਤੈਤਰੇ ਬ੍ਰਾਹਮਣ ਕਿਹਾ ਜਾਂਦਾ ਹੈ। ਸ਼ੁਕਲ ਯਜੁਰਵੇਦ ਦਾ ਸ਼ਤਪਥ ਬ੍ਰਾਹਮਣ ਕਿਹਾ ਜਾਂਦਾ ਹੈ। ਇਸੇ ਤਰੀਕੇ ਨਾਲ ਸਾਮਵੇਦ ਦੇ ਜਿਹੜੇ 4 ਪ੍ਰਸਿੱਧ ਬ੍ਰਾਹਮਣ ਫੇਮਸ ਹੋਏ, ਸੁਲਤਾਨ, ਦੰਡਵੇਸ਼, ਜੈਮਨੀ ਤੇ ਪੰਚਾਵਿਸ਼ ਬ੍ਰਾਹਮਣ ਜਿਹੜਾ ਹੈਗਾ ਕਿਹਾ ਜਾਂਦਾ ਹੈ। ਇਸੇ ਤਰੀਕੇ ਨਾਲ ਅਥਰਵਵੇਦ ਦਾ ਗੋਪਤ ਬ੍ਰਾਹਮਣ ਜਿਹੜਾ ਹੈਗਾ ਉਹ ਕਿਹਾ ਜਾਂਦਾ ਹੈਗਾ। ਤਾਂ ਇਹ ਬ੍ਰਾਹਮਣ ਗ੍ਰੰਥਾਂ ਦੀ ਰਚਨਾ ਹੋਈ ਜਿਹਦੇ 'ਚ ਇਹਨਾਂ ਨੂੰ ਚੀਜ਼ਾਂ ਨੂੰ ਸਰਲ ਕਰਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ। ਪਰ ਇਹਦੇ ਵਿੱਚ ਵੀ ਸਾਨੂੰ ਉਸ ਵੇਲੇ ਦੀਆਂ ਬਹੁਤ ਸਾਰੀ ਸਮਾਜਿਕ ਤੇ ਰਾਜਨੀਤਿਕ ਹਾਲਾਤਾਂ ਦਾ ਪਤਾ ਲੱਗਦਾ ਹੈ, ਕਿਉਂਕਿ ਜਦੋਂ ਤੁਸੀਂ ਕਿਸੇ ਚੀਜ਼ ਨੂੰ ਐਕਸਪਲੇਨ ਕਰਨਾ ਹੈ ਤਾਂ ਉਹ ਤੁਸੀਂ ਉਸ ਵੇਲੇ ਦੇ ਸਮਾਜਿਕ ਔਰ ਰਾਜਨੀਤਿਕ ਔਰ ਧਾਰਮਿਕ ਪਰਿਪੇਖ ਦੇ ਵਿੱਚ ਹੀ ਕਰਨਾ ਹੁੰਦਾ ਹੈ। ਤਾਂ ਉੱਥੋਂ ਸਾਨੂੰ ਉਸ ਜਾਣਕਾਰੀ ਤੋਂ ਵੀ ਕਾਫੀ ਹਾਸਲ ਹੋ ਜਾਂਦੀ ਹੈਗੀ। ਦੂਸਰਾ ਉਸ ਤੋਂ ਬਾਅਦ ਹੈਗਾ ਕਿ ਇੱਕ ਗ੍ਰੰਥ ਆਏ, ਲਿਟਰੇਚਰ ਆਇਆ ਜਿਸ ਨੂੰ ਅਸੀਂ ਕਹਿੰਦੇ ਹਾਂ ਅਰਨਾਇਕ। ਅਰਨਾਇਕ ਸ਼ਬਦ ਦਾ ਮਤਲਬ ਹੁੰਦਾ ਹੈ ਜੰਗਲ। ਇਹ ਉਹ ਗ੍ਰੰਥ ਨੇ ਜਿਨ੍ਹਾਂ ਦੀ ਰਚਨਾ ਜੰਗਲਾਂ ਦੇ ਵਿੱਚ ਹੋਈ। ਜੰਗਲ ਦਾ ਮਤਲਬ ਇਹ ਨਹੀਂ ਵੀ ਬਹੁਤ ਜਿੱਥੇ ਕੋਈ ਰਹਿੰਦਾ ਹੀ ਨਹੀਂ। ਜੰਗਲ ਦਾ ਮਤਲਬ ਇੱਕ ਪਿਓਰਲੀ ਟੋਟਲ ਜਿਹੜਾ ਹੈਗਾ ਇਕਾਂਤਵਾਸ, ਜਿੱਥੇ ਪੂਰੀ ਤਰ੍ਹਾਂ ਸ਼ਾਂਤੀ ਦਾ ਵਾਤਾਵਰਨ ਸੀ, ਜਿੱਥੇ ਕੋਈ ਉਸ ਨੂੰ ਡਿਸਟਰਬ ਨਹੀਂ ਸੀ ਕਰਦਾ। ਔਰ ਇਹਨਾਂ ਨੂੰ ਬ੍ਰਾਹਮਣਾਂ ਦਾ ਹੀ ਅੰਗ ਮੰਨਿਆ ਜਾਂਦਾ ਹੈ, ਕਿਉਂਕਿ ਉਸੇ ਜੰਗਲਾਂ 'ਚ ਰਹਿਣ ਵਾਲੇ ਸਾਧੂ ਸੰਤਾਂ ਦੀ ਸਹਾਇਤਾ ਨਾਲ ਇਹ ਜੋ ਲਿਖੇ ਗਏ, ਉਹਨੇ ਮਨੁੱਖ ਦੇ ਜੀਵਨ ਦੇ ਰਹੱਸ, ਦਰਸ਼ਨ, ਕਰਮ ਕਾਂਡ ਦਾ ਗਿਆਨ ਹਾਸਲ ਹੋਇਆ। ਜਾਣੀ ਜਦੋਂ ਮਨੁੱਖ ਇਕੱਲਾ ਬੈਠ ਕੇ ਸੋਚਦਾ ਹੈ ਤਾਂ ਅਣਗਿਣਤ ਸਵਾਲ ਉਸ ਦੇ ਮਨ ਦੇ ਵਿੱਚ ਪੈਦਾ ਹੁੰਦੇ ਨੇ। ਉਹ ਅਣਗਿਣਤ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕਰਦਾ ਹੈਗਾ। ਤਾਂ ਉਸ ਤਰੀਕੇ ਦੇ ਨਾਲ ਮੁੱਖ ਜਿਹੜੇ ਜਿੰਨੇ ਬ੍ਰਾਹਮਣ ਗ੍ਰੰਥ ਸੀ ਉਹਨਾਂ ਨਾਲ ਸੰਬੰਧਿਤ ਜਿਹੜੇ ਨੇ ਅਰਨਾਇਕ ਦੀ ਜਿਹੜੀ ਹੈਗੀ ਹੈ ਰਚਨਾ ਹੋਈ। ਜਿਵੇਂ ਐਤਰੇ ਅਰਨਾਇਕ ਹੈ, ਤੈਤਰੇ ਅਰਨਾਇਕ ਹੈ, ਮੈਤਰਾਇਣੀ ਅਰਨਾਇਕ ਹੈ, ਸ਼ੰਖਾਇਨ ਅਰਨਾਇਕ ਹੈ, ਤਲਵਕਾਰ ਅਰਨਾਇਕ ਹੈ। ਤਾਂ ਇਸ ਤਰੀਕੇ ਦੇ ਨਾਲ ਕਈ ਅਰਨਾਇਕ ਗ੍ਰੰਥਾਂ ਦੀ ਰਚਨਾ ਹੋਈ। ਉਸ ਤੋਂ ਬਾਅਦ ਇੱਕ ਬਹੁਤ ਇੰਪੋਰਟੈਂਟ ਲਿਟਰੇਚਰ ਹੈ ਜਿਸ ਨੂੰ ਅੱਜ ਕੱਲ੍ਹ ਵੀ ਦੁਨੀਆ ਦੇ ਵਿੱਚ ਬਹੁਤ ਫੇਮਸ ਮੰਨਿਆ ਜਾਂਦਾ ਹੈ, ਉਹ ਹੈਗੇ ਆ ਉਪਨਿਸ਼ਦ। ਉਪ ਦਾ ਮਤਲਬ ਹੁੰਦਾ ਹੈ ਨਜ਼ਦੀਕ, ਨੀ ਦਾ ਅਰਥ ਹੁੰਦਾ ਹੇਠਾਂ, ਸ਼ਦ ਦਾ ਅਰਥ ਹੁੰਦਾ ਹੈ ਬੈਠਣਾ, ਯਾਨੀ ਨਜ਼ਦੀਕ ਨੀਵਾਂ ਹੋ ਕੇ ਬੈਠਣਾ। यानी कोई ऊपर बैठेगा तो कोई नीचे बैठेगा। तो ऊपर कौन बैठेगा? गुरु जिसने ज्ञान देना है, और नीचे कौन बैठेगा? शिष्य जिसने ज्ञान हासिल करना है। तो तो सारे समझते हैं कि जे असीं हंकार रखते हैं, अपने आप का दिमाग बंद रखते हैं, तो असीं ज्ञान हासिल नहीं कर सकते। तो सानू वो ज्ञान हासिल करना पैंदा उन्हां लोकां तो जिन्हां दे कोले उस ज्ञान दे भंडार हुंदे हन। तो उपनिषदां दे विच इस तरीके की रचना की गई जिहदे विच वो ਜਿਹੜਾ ਗਿਆਨ ਸੀ ਹੁਣ ਉਹ ਇੱਕ ਪ੍ਰਣਾਲੀ ਬਣ ਗਿਆ। ਉੱਥੋਂ ਦੀ ਗੁਰੂ ਪਰੰਪਰਾ ਪ੍ਰਣਾਲੀ ਵੀ ਜਿਹੜੀ ਅੱਗੇ ਵਧੀ, ਕਿ ਪਹਿਲਾਂ ਵੀ ਸੀ ਲੇਕਿਨ ਵੱਡੇ ਪੱਧਰ ਤੇ ਵਧੀ, ਕਿ ਜਿਹਦੇ ਨਾਲ ਉਹ ਗਿਆਨ ਹੁਣ ਲੋਕਾਂ ਤੱਕ ਪਹੁੰਚਣਾ, ਨੀਚੇ ਸ਼ਿਸ਼ਿਆ ਤੱਕ ਪਹੁੰਚਣਾ ਸ਼ੁਰੂ ਹੋਇਆ ਔਰ ਸਪਰੈਡ ਹੋਇਆ। ਇਹਨਾਂ ਉਪਨਿਸ਼ਦਾਂ ਦੇ ਵਿੱਚ ਉਸ ਨੂੰ ਰੈਸ਼ਨਲੀ, ਲੌਜੀਕਲੀ, ਕਨਵਿੰਸਿੰਗਲੀ ਐਕਸਪਲੇਨ ਕਰਨ ਦੀ ਗੱਲ ਕੀਤੀ ਗਈ, ਜੋ ਵੇਦਾਂ ਦੇ ਵਿੱਚ ਗਿਆਨ ਆਲਰੇਡੀ ਸਾਡੇ शामिल सीगा। उसनूं उन्हां परिस्थितियां दे विच कि किस तरीके दे नाल उसनूं गहराई च समझाउण दी कोशिश की गई। और इन्हां दी गिनती 108 है, लेकिन उन्हां विचों जिहड़े 18 ने जिहड़े मेजर मन्ने जांदे ने, जिन्हां दे विच ईश उपनिषद है, प्रश्न उपनिषद है, मुंडक उपनिषद है, ब्रह्मादक उपनिषद है, ऐत्रेय उपनिषद है, तैत्रेय उपनिषद है, छंद उपनिषद है। तो ये जोड़े कुछ उपनिषद ने उन्होंने मेजर मन्या जाता है, बाकियों माइनर मन्या जाता है। बट एवरी उपनिषद इज़ एन एक्सीलेंट सोर्स ऑफ इंफॉर्मेशन फॉर ए रैशनल लॉजिकल person to understand the basic concepts of the nature, to understand the basic concepts of this Vedic literature, to understand the concepts and questions which every person has in his own mind। क्योंकि मनुख के सवाल ਉਹੀ ਰਹਿੰਦੇ ਨੇ, ਉਹ परिस्थितियां तो उसनूं पुछण दा और उसके जवाब का ਉਹਨੂੰ ਲੱਭਣ ਦਾ ਜਿਹੜਾ ਤੌਰ ਤਰੀਕਾ ਹੈ ਉਹ ਜ਼ਰੂਰ ਬਦਲਦਾ ਹੈ। तो ਉਹ ਸਾਨੂੰ ਸਾਰੀਆਂ ਚੀਜ਼ਾਂ ਇਹਦੇ ਵਿੱਚ ਦੇਖਣ ਨੂੰ ਮਿਲਦੀਆਂ ਨੇ।
ਉਸ ਤੋਂ ਬਾਅਦ ਇੱਕ ਜਿਉਂ-ਜਿਉਂ ਦੇਖੋ ਸੁਸਾਇਟੀ ਅੱਗੇ ਵੱਧਦੀ ਹੈ ਤਾਂ ਉਹਦੀਆਂ ਐਕਸਪਲੇਨੇਸ਼ਨਸ ਨੂੰ ਅਲੱਗ-ਅਲੱਗ ਢੰਗ ਨਾਲ ਕਰਨ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ, ਕਿਉਂਕਿ ਕੋਈ ਵੀ ਚੀਜ਼ ਸਟੈਟਿਕ ਨਹੀਂ ਹੋ ਸਕਦੀ, ਇੱਕੋ ਥਾਂ ਦੇ ਉੱਤੇ ਟਿਕੀ ਨਹੀਂ ਰਹਿ ਸਕਦੀ। ਜਿਹੜੀ ਟਿਕ ਜਾਂਦੀ ਹੈ ਉਹ ਖਰਾਬ ਹੋ ਜਾਂਦੀ ਹੈ, ਬਾਸੀ ਹੋ ਜਾਂਦੀ ਹੈ। ਔਰ ਕਿਉਂਕਿ ਜਦੋਂ ਤੋਂ ਮਨੁੱਖ ਅੱਗੇ ਚੱਲਦਾ ਤਾਂ ਉਹਦੇ ਨਵੇਂ ਸਵਾਲ ਉਸਦੇ ਮਨ ਦੇ ਵਿੱਚ ਰਾਈਜ਼ ਹੁੰਦੇ ਨੇ, ਜਿਹਦੇ ਹੱਲ ਉਹ ਲੱਭਣ ਦੀ ਕੋਸ਼ਿਸ਼ ਕਰਦਾ ਹੈ। ਹੁਣ ਜਦੋਂ ਅਸੀਂ ਸਾਰਾ ਲੱਭ ਲੈਂਦੇ ਹਾਂ ਕਿ ਅਸੀਂ ਈਸ਼ਵਰ ਨੂੰ ਇੱਦਾਂ ਪ੍ਰਾਪਤ ਕਰਨਾ, ਇਸ ਤਰੀਕੇ ਨਾਲ ਚੱਲਣਾ, ਤਾਂ ਅੱਗੋਂ ਸਵਾਲ ਆ ਜਾਂਦਾ ਕਿ ਫਿਰ ਮੈਂ ਰੋਜ਼ਾਨਾ ਜ਼ਿੰਦਗੀ ਕਿੱਦਾਂ ਬਤੀਤ ਕਰਨੀ, ਮੈਂ ਡੇ ਟੂ ਡੇ ਲਾਈਫ ਦੇ ਵਿੱਚ ਕਿੱਦਾਂ ਬਤੀਤ ਕਰਨਾ ਹੈ, ਮੈਂ ਦੂਜੇ ਦੇ ਨਾਲ ਕਿੱਦਾਂ ਬਿਹੇਵ ਕਰਨਾ ਹੈ, ਔਰ ਆਪਣੇ ਪਰਿਵਾਰਿਕ ਜੀਵਨ ਦੇ ਵਿੱਚ ਕਦੋਂ ਤੱਕ ਇਸ ਤਰੀਕੇ ਨਾਲ ਬਿਹੇਵ ਕਰਨਾ ਹੈ, ਈਸ਼ਵਰ ਨੂੰ ਨਾਲ ਦੀ ਨਾਲ ਮੈਂ ਕਿੱਦਾਂ ਪ੍ਰਾਪਤ ਕਰਨਾ ਹੈ। ਸੋ ਦੇਰ ਆਰ ਲੈਕਸ ਆਫ ਕੁਐਸਚਨਸ ਵਿਚ ਅਰਾਈਜ਼ ਇਨ ਪਰਸਨਸ ਮਾਈਂਡ। ਤਾਂ ਉੱਥੋਂ ਇੱਕ ਨਵਾਂ ਲਿਟਰੇਚਰ ਅਰਾਈਜ਼ ਹੋਇਆ ਜਿਸ ਨੂੰ ਕਿਹਾ ਜਾਂਦਾ ਹੈ ਸੂਤਰ ਗ੍ਰੰਥ, ਯਾਨੀ ਹਰੇਕ ਵਿਅਕਤੀ ਦੇ ਉਸ ਫੇਜ਼ ਨੂੰ ਲੈ ਕੇ ਜੋ ਉਸਦੇ ਸਵਾਲ ਨੇ, ਉਹਨਾਂ ਸਵਾਲਾਂ ਨੂੰ ਸਮਝਦੇ ਹੋਏ, ਉਸਦੇ ਜਵਾਬ ਲੱਭਦੇ ਹੋਏ ਅਸੀਂ ਆਪਣੀ ਜ਼ਿੰਦਗੀ ਨੂੰ ਕਿੱਦਾਂ ਬਤੀਤ ਕਰਨਾ ਹੈ, ਕਿਹੜੇ ਤੌਰ ਤਰੀਕਿਆਂ ਰਾਹੀਂ ਕਰ ਸਕਦੇ ਹਾਂ, ਉਹਨਾਂ ਨੂੰ ਐਕਸਪਲੇਨ ਕੀਤਾ ਗਿਆ। ਇਹ 4 ਸੂਤਰ ਗ੍ਰੰਥ ਬੇਟਾ ਬਣੇ। ਨੰਬਰ 1 ਹੈ ਸਰੋਤ ਸੂਤਰ, ਜਿਹਦੇ 'ਚ ਯੱਗ ਕਿੱਦਾਂ ਕਰਨਾ ਹੈ, ਉਹਦੇ ਜੀਵਨ ਬਲੀ ਪ੍ਰਥਾ ਵੀ ਜਿਹੜੀ ਉਸ ਵੇਲੇ ਪ੍ਰਚਲਿਤ ਹੋਈ, ਉਹਦੀ ਵੀ ਰੂਪ ਰੇਖਾਵਾਂ ਨੇ, ਜਿਹਨੂੰ ਬਾਅਦ ਦੇ ਵਿੱਚ ਡਿਫਰੈਂਟ ਤਰੀਕੇ ਦੇ ਨਾਲ ਵੀ ਲੋਕਾਂ ਨੇ ਮੰਨਣਾ ਸ਼ੁਰੂ ਕੀਤਾ, ਕਿਉਂਕਿ ਆਹੂਤੀ ਦੇਣਾ ਕੁਝ ਹੋਰ ਚੀਜ਼ ਹੈ, ਆਹੂਤੀ ਕਿਸੇ ਜਿੰਦੇ ਜਾਗਦੇ ਪਸ਼ੂ ਨੂੰ ਮਾਰ ਕੇ ਦੇਣਾ ਇੱਕ ਹੋਰ ਚੀਜ਼ ਹੈ, ਜਿਸ ਨੂੰ ਬਲੀ ਕਿਹਾ ਜਾਂਦਾ ਸੀਗਾ। ਉਸ ਚੀਜ਼ ਨੂੰ ਜਦੋਂ ਡਿਟੇਲ 'ਚ ਸਮਝਣ ਦੀ ਕੋਸ਼ਿਸ਼ ਕਰਦੇ ਤਾਂ ਕਈ ਡਾਇਮੈਂਸ਼ਨਸ ਸਾਡੇ ਸਾਹਮਣੇ ਨਿਕਲ ਕੇ ਆਉਂਦੀਆਂ। ਹਾਲਾਂਕਿ ਅਸੀਂ ਬਰੋਡਲੀ ਕਈ ਵਾਰੀ ਸਿੱਧਾ ਕਹਿ ਦਿੰਦੇ ਜੀ ਬਲੀ ਦਿੱਤੀ ਜਾਂਦੀ ਸੀ, ਉਹੀ ਸਾਰਾ ਕੁਝ ਸੀ, ਉਹ ਐਸਾ ਕੁਝ ਨਹੀਂ ਸੀ। ਜਦੋਂ ਅਸੀਂ ਉਸ ਨੂੰ ਡਿਟੇਲ 'ਚ ਸਮਝਣ ਦੀ ਕੋਸ਼ਿਸ਼ ਕਰਦੇ ਹੈਗੇ ਹਾਂ ਤਾਂ ਉਹ ਆਹੂਤੀਆਂ ਜਿਹੜੀਆਂ ਸੀਗੀਆਂ ਦੇਵਤਾਵਾਂ ਨੂੰ ਖੁਸ਼ ਕਰਨ ਦੇ ਲਈ ਦਿੱਤੀਆਂ ਜਾਂਦੀਆਂ ਸੀ, ਬਟ ਉਹ ਆਹੂਤੀਆਂ ਕਿਸ ਚੀਜ਼ ਦੀਆਂ ਹੁੰਦੀਆਂ ਸੀ, ਕਿਸ ਮੈਟਰ ਦੀਆਂ ਹੁੰਦੀਆਂ ਸੀ, ਕਿਸ ਢੰਗ ਦੇ ਨਾਲ ਦਿੱਤੀਆਂ ਜਾਂਦੀਆਂ ਸੀ, ਕਿਸ ਤਰ੍ਹਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ, ਉਹਨਾਂ ਨੂੰ ਐਕਸਪਲੇਨ ਇਹਦੇ ਵਿੱਚ ਕੀਤਾ ਗਿਆ। ਉਸ ਤੋਂ ਬਾਅਦ ਆਉਂਦਾ ਹੈ ਗ੍ਰਹਿ ਸੂਤਰ, ਕਿ ਅਸੀਂ ਜਿਹੜੇ ਲੋਕ ਪਰਿਵਾਰ 'ਚ ਗ੍ਰਸਥੀ ਜੀਵਨ ਬਤੀਤ ਕਰਦੇ ਹਾਂ ਤਾਂ ਮੇਰਾ ਗ੍ਰਸਥੀ ਦੇ ਤੌਰ ਦੇ ਉੱਤੇ ਪਰਿਵਾਰ ਦੇ ਵਿੱਚ ਜੀਵਨ ਬਤੀਤ ਕਰਨ ਦਾ ਤੌਰ ਤਰੀਕਾ ਅਤੇ ਢੰਗ ਜਿਹੜਾ ਹੈ ਉਹ ਕਿਸ ਤਰੀਕੇ ਦਾ ਹੋਣਾ ਚਾਹੀਦਾ, ਮੇਰੇ ਫਰਜ਼ ਕੀ ਬਣਦੇ ਨੇ ਆਪਣੇ ਪਰਿਵਾਰ ਦੇ ਪ੍ਰਤੀ, ਉਹ ਸਾਰੀਆਂ ਚੀਜ਼ਾਂ ਨੂੰ ਇਹਦੇ ਵਿੱਚ ਐਕਸਪਲੇਨ ਕੀਤਾ ਗਿਆ। ਈਵਨ ਜਿਵੇਂ ਤੁਸੀਂ ਕੋਈ ਛੋਟੀ ਜਿਹੀ ਗੱਲ ਹੈ ਕਿ ਸਫਾਈ ਦੇ ਉੱਤੇ ਬੜਾ ਮਹੱਤਵ ਦਿੱਤਾ ਗਿਆ, ਜਿਹਨੂੰ ਅਸੀਂ ਅੱਜ ਕੱਲ੍ਹ ਸਵੱਛ ਭਾਰਤ ਜਾਂ ਹਾਈਜੀਨ ਦੇ ਉੱਤੇ ਬੜਾ ਜ਼ੋਰ ਦੇ ਕੇ ਗੱਲਾਂ ਕਰਦੇ ਹਾਂ। ਇਹ ਉਸ ਵੇਲੇ ਦੇ ਗ੍ਰੰਥ ਚੋਣੋ ਕਿ ਉਸ ਵੇਲੇ ਦੀ ਕੋਈ ਇਸ ਤਰ੍ਹਾਂ ਦੀ ਇੰਡਸਟਰੀਅਲਾਈਜੇਸ਼ਨ ਜਾਂ ਕੁਛ ਇੱਦਾਂ ਦੀ ਨਹੀਂ ਸੀ, ਬਟ ਦੈਟ ਕਲੀਨਲੀਨੈਸ ਵਾਜ਼ ਵੈਰੀ ਇੰਪੋਰਟੈਂਟ ਫॉर ਏ ਹਾਊਸ ਹੋਲਡਰ। ਤੀਸਰਾ ਹੈ ਧਰਮ ਸੂਤਰ, ਕਿ ਧਰਮ ਸੂਤਰਾਂ ਦੇ ਵਿੱਚ ਲੇਖਕਾਂ ਨੇ ਇੱਕ ਦੂਜੇ ਤੋਂ ਹਾਲਾਂਕਿ ਵੱਖਰੇ ਵਿਚਾਰ ਵੀ ਨੇ, ਪਰ ਇਹਦੇ ਵਿੱਚ ਉਹਨਾਂ ਨੇ ਰੱਖਿਆ ਕਿ ਤੁਹਾਡੇ ਜਿੰਨੀਆਂ ਸੈਰਾਮਨੀਜ਼ ਹੁੰਦੀਆਂ ਨੇ, ਮੰਨ ਲਓ ਵਿਵਾਹ ਸ਼ਾਦੀ ਹੈ, ਸਮਾਜਿਕ ਰਸਮਾਂ ਨੇ, ਵਿਰਸੇ ਦੀ ਪ੍ਰਥਾ ਹੈ, ਜੋ ਤੁਹਾਡੀਆਂ ਟ੍ਰੈਡੀਸ਼ਨਸ ਜਿਹੜੀਆਂ ਆਉਂਦੀਆਂ ਨੇ, ਉਹਨਾਂ ਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਆਪਣੀ ਜ਼ਿੰਦਗੀ ਦੇ ਵਿੱਚ ਨਿਭਾਉਣਾ ਹੈ, ਉਹਨਾਂ ਚੀਜ਼ਾਂ ਨੂੰ ਇਹਦੇ ਵਿੱਚ ਕੀਤਾ ਗਿਆ। ਔਰ ਇੱਕ ਤਰੀਕੇ ਦੇ ਨਾਲ ਇਹ ਧਰਮ ਸੂਤਰ ਉਸ ਵੇਲੇ ਦੇ ਕਾਨੂੰਨ ਵੀ ਬਣੇ, ਕਿਉਂਕਿ ਉਸ ਵੇਲੇ ਕੋਈ ਰਾਜਨੀਤਿਕ ਜਾਂ ਲਿਖਤੀ ਸੰਵਿਧਾਨ ਨਹੀਂ ਸੀ। ਸਮਾਜ ਔਰ ਧਰਮ ਦੇ ਵਿੱਚ ਤੁਸੀਂ ਕਿੱਦਾਂ ਵਿਵਹਾਰ ਕਰਨਾ ਹੈ, ਕਿੱਦਾਂ ਜੀਵਨ ਬਤੀਤ ਕਰਨਾ ਹੈ, ਆਪਣੇ ਆਪ ਦੇ ਵਿੱਚ ਵੀ, ਆਪਣੇ ਪਰਿਵਾਰ ਦੇ ਵਿੱਚ ਵੀ, ਔਰ ਆਪਣੇ ਸਮਾਜ ਦੇ ਵਿੱਚ ਵੀ, ਇਹੀ ਉਸ ਵੇਲੇ ਦੇ ਕਾਨੂੰਨ ਸਨ। ਠੀਕ ਹੈ, ਉਹਦੇ ਵਿੱਚ ਫਿਰ ਹਾਇਰਾਰਕੀ ਵੀ ਆ ਜਾਂਦੀ ਹੈ ਕਿ ਕਿਸ ਵਿਅਕਤੀ ਦੇ ਲਈ ਕੀ ਸਜ਼ਾ ਹੋਏਗੀ, ਦੂਜਿਆਂ ਦੇ ਲਈ ਕੀ ਸਜ਼ਾ ਹੋਏਗੀ, ਕੌਣ ਕਿੰਨਾ ਟੈਕਸ ਦੇਗਾ। ਉਹ ਟੈਕਸ ਦੇਣਾ ਕਿਉਂਕਿ ਤੁਹਾਡਾ ਧਰਮ ਹੈ, ਜਿਵੇਂ ਅਸੀਂ ਅੱਜ ਕੱਲ੍ਹ ਕਹਿ ਦਿੰਦੇ ਹਾਂ ਵੀ ਟੈਕਸ ਦੀ ਚੋਰੀ ਨਾ ਕਰੋ ਤਾਂ ਬਹੁਤ ਵੱਡਾ ਪਾਪ ਹੈ, ਗੁਨਾਹ ਹੈ, ਉੱਦਾਂ ਹੀ ਉਸ ਵੇਲੇ ਦੇ ਕਾਨੂੰਨ ਇਹ ਸਨ। ਤਾਂ ਇਹਨਾਂ ਕਾਨੂੰਨਾਂ ਦੇ ਸੰਦਰਭ ਦੇ ਵਿੱਚ ਉਹਨਾਂ ਚੀਜ਼ਾਂ ਨੂੰ ਦੇਖਿਆ ਜਾਂਦਾ ਸੀ। ਔਰ ਚੌਥਾ ਹੈ ਬੇਟਾ ਸੁਲਭ ਸੂਤਰ, ਇਸ ਦੇ ਵਿੱਚ ਵਿੱਦਿਆ ਦੇ ਨਿਰਮਾਣ ਦਾ ਵਰਣਨ ਕੀਤਾ ਗਿਆ ਹੈ ਕਿ ਕਿਸ ਤਰੀਕੇ ਦੇ ਨਾਲ ਅਸੀਂ ਇਸ ਚੀਜ਼ ਨੂੰ ਅੱਗੇ ਫੈਲਾ ਸਕਦੇ ਹੈਗੇ। ਫਿਰ ਉਸ ਤੋਂ ਬਾਅਦ ਬੇਟਾ ਸਾਡੇ ਕੋਲ ਇੱਕ 6 ਵੇਦਾਂਗ ਆਉਂਦੇ ਨੇ, ਜਿਨ੍ਹਾਂ ਨੂੰ ਬੜੀ ਦੇਰ ਤੋਂ ਬਾਅਦ ਵੇਦਾਂ ਨੂੰ ਚੰਗੀ ਤਰ੍ਹਾਂ ਸਮਝਣ ਅਤੇ ਉਹਨਾਂ ਦੇ ਮੰਤਰਾਂ ਦਾ ਉਚਾਰਨ ਜਦੋਂ ਔਖਾ ਹੋ ਗਿਆ ਤਾਂ ਉਹ ਇੱਕ ਨਵੇਂ 6 ਇਹ ਰਚੇ ਗਏ ਵੀ ਭਾਈ ਤੁਸੀਂ ਇਹਨੂੰ ਪੜ੍ਹਨਾ ਕਿੱਦਾਂ ਹੈ, ਇਹਨੂੰ ਸਮਝਣਾ ਕਿੱਦਾਂ ਹੈ, ਇਹਨੂੰ ਬੋਲਣਾ ਕਿੱਦਾਂ ਹੈ, ਯਾਨੀ ਉਸ ਨੂੰ ਬੋਲਣ ਚਾਲਣ ਦੀਆਂ ਵਿਧੀਆਂ ਦੀ ਬਰੀਕੀ ਉਹਦੇ ਵਿੱਚ ਸ਼ਾਮਲ ਹੋਈ। ਯਾਨੀ ਕਹਿ ਲਓ ਵੀ ਉਸ ਦੀ ਇੱਕ ਅਲੱਗ ਖੋਜ ਵਿਸਤ੍ਰਿਤ ਰੂਪ ਦੇ ਵਿੱਚ ਹੋਈ, ਸਾਇੰਟੀਫਿਕਲੀ ਹੋਈ, ਟੈਕਨੀਕਲੀ ਹੋਈ ਕਿ ਇਸ ਸ਼ਬਦ ਦਾ ਉਚਾਰਨ ਇਸ ਤਰੀਕੇ ਨਾਲ ਹੁੰਦਾ ਹੈ, ਇਹ ਇੱਥੋਂ ਦੀ ਨਿਕਲਦਾ ਹੈ, ਇਹਦੇ 'ਚ ਜੀਭ ਇੰਨੀ ਫੋਲਡ ਹੁੰਦੀ ਹੈ, ਇਹ ਗਲੇ ਦੇ ਵਿੱਚੋਂ ਆਉਂਦਾ ਹੈ, ਇਹ ਗਲੇ ਦੀ ਬੈਕ ਸਾਈਡ ਤੋਂ ਆਉਂਦਾ ਹੈ, ਇਹਦੇ 'ਚ ਪੇਟ ਤੋਂ ਆਵਾਜ਼ ਨਿਕਲਦੀ ਹੈ। ਉਹ
इस तरीके नाल ग्रामर भी जिहड़ी है होई भी जिहड़ियां मात्रावां ने वो किस तरह होणगीਆਂ, उस अक्षर का मतलब किदां बदलेगा। ये सारियां चीज़ां जिहड़ियां ने उस वेले रचियां गईयां उन्हां चीज़ां नूं बेहतर समझण दे लई, और ये जरूरी भी हो जाता है क्योंकि जदों शब्दां दी डिस्टोरशन हुंदी है तो उदों ये चीज़ां सानूं सहायक हुंदियां ने उन्हां चीज़ां नूं समझण दे लई। और ये 6 वेदांग उस वेले जिहड़े ने बेटा रचे गए, शिक्षा, छंद, निरुक्त, व्याकरण, ज्योतिष और कलम, इन्हों असीं कह दिंदे आ 6 वेदांग। और उस तो बाद कुछ होर एक नवा लिटरेचर असीं जिक्र करांगे, वो है बेटा साडे कोले उपवेद। उप दा मतलब बाहर, छोटा। हर वेद का एक उपवेद है और इन्हां दी गिनती भी 4 ही है। जिवें बेटा एक है साडे कोले आयुर्वेद, ਇਹਨੂੰ ਅਸੀਂ ਰਿਗਵੇਦ ਦਾ ਉਪਵੇਦ ਕਹਿੰਦੇ ਆ। ਇਸ ਵਿੱਚ ਬਨਸਪਤੀ ਸ਼ਾਸਤਰ, ਵਿਗਿਆਨ, ਪ੍ਰਾਣ ਵਿਗਿਆਨ, ਰਸਾਇਣ ਵਿਗਿਆਨ, ਇਹਨਾਂ ਦਾ ਬੜੀ ਡਿਟੇਲ ਦੇ ਵਿੱਚ ਜਿਹੜੀ ਹੈਗੀ ਹੈ ਜ਼ਿਕਰ ਕੀਤਾ ਗਿਆ। ਔਰ ਇਸ ਤੋਂ ਇਹਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਜਿਹੜੇ ਸੀ ਮਹਾਨ ਜਿਹੜੇ ਉਸ ਵੇਲੇ ਦੇ ਆਚਾਰਿਆ ਸੀਗੇ, ਉਹਨਾਂ ਨੇ ਇਹਦੇ ਵਿੱਚ ਯੋਗਦਾਨ ਦਿੱਤਾ। ਔਰ ਜਿਸ ਚਰਕ, ਅਸ਼ਵਨੀ, ਧਨਵੰਤਰੀ, ਇਹ ਸਾਰੇ ਪ੍ਰਮੁੱਖ ਆਚਾਰਿਆਂ ਦਾ ਜ਼ਿਕਰ ਉਸ ਦੇ ਵਿੱਚ ਆਉਂਦਾ ਹੈ। ਉਸ ਤੋਂ ਦੂਸਰਾ ਹੈ ਧਨੁਰਵੇਦ। ਇਹ ਜਜੁਰਵੇਦ ਦਾ ਹੈ, ਜਿਹਦੇ ਵਿੱਚ ਯੁੱਧ ਕਲਾ ਅਤੇ ਸ਼ਸਤਰਾਂ ਦੀ ਜਿਹੜੀ ਹੈ ਵਿਦਿਆ ਉਹਦੇ ਵਿੱਚ ਲਿਖੀ ਗਈ ਹੈ। ਮੰਤਰਾਂ ਵਿੱਚ ਲੜਾਈ ਦੇ ਦਾਅ ਪੇਚ ਅਤੇ ਸ਼ਾਸਤਰਾਂ ਦੇ ਨਾਂ ਲਿਖੇ ਗਏ ਨੇ ਉਹਦੇ ਵਿੱਚ। ਫਿਰ ਆਉਂਦਾ ਹੈ ਗੰਧਰਵ ਵੇਦ। ਸਾਮਵੇਦ ਦਾ ਉਪਵੇਦ ਹੈ, ਜਿਹਦੇ 'ਚ ਸੰਗੀਤ ਸੰਬੰਧੀ ਰੋਸ਼ਨੀ ਪਾਈ ਗਈ ਹੈ, ਨਾਚ, ਵਾਦਨ, ਗਾਇਨ, ਇਹਦਾ ਐਕਸਪਲੇਨ ਉਹਦੇ ਵਿੱਚ ਕੀਤਾ ਗਿਆ ਹੈ। ਚੌਥਾ ਹੈ ਸ਼ਿਲਪ ਵੇਦ, ਜਿਹੜਾ ਅਥਰਵ ਵੇਦ ਦਾ ਉਪਵੇਦ ਹੈ। ਇਸ ਦੇ ਵਿੱਚ ਭਵਨ ਨਿਰਮਾਣ ਕਲਾ, ਹੋਰ ਜਿਹੜੇ ਕੁਛ ਜਿਹੜੀਆਂ ਚੀਜ਼ਾਂ ਨੇ ਬਣਾਉਣ ਦੀਆਂ ਚੀਜ਼ਾਂ ਨੂੰ ਸ਼ਿਲਪ ਕਲਾ ਜਿਹਦੇ ਵਿੱਚ ਆ ਜਾਂਦੀ ਹੈ, ਉਸ ਦਾ ਜ਼ਿਕਰ ਇਹਦੇ ਵਿੱਚ ਕੀਤਾ ਗਿਆ ਹੈ। ਤਾਂ ਇਹ ਜਿਹੜੇ ਸੀਗੇ ਉਪਵੇਦ ਅਸੀਂ 4 ਗਿਣਦੇ ਹਾਂ। ਇਸ ਤੋਂ ਬਾਅਦ ਸਾਡੇ ਕੋਲੇ ਬੇਟਾ ਆ ਜਾਂਦੇ ਨੇ ਜਿਹਨੂੰ ਅਸੀਂ ਕਹਿੰਦੇ ਨੇ 6 ਦਰਸ਼ਨ, 6 ਫਿਲੋਸਫੀਜ਼, 6 ਸਕੂਲਸ ਆਫ ਇੰਡੀਅਨ ਫਿਲੋਸਫੀ, ਜਿਹਨੂੰ ਅਸੀਂ ਡਿਟੇਲ 'ਚ ਬਾਅਦ 'ਚ ਪੜ੍ਹਾਂਗੇ। ਮੈਂ ਅੱਜ ਸਿਰਫ ਉਹਨਾਂ ਦਾ ਨਾਂ ਹੀ ਤੁਹਾਡੇ ਸਾਹਮਣੇ ਰੱਖਾਂਗਾ। ਇੱਕ ਹੈ ਗੌਤਮ ਮੁਨੀ ਦਾ ਨਿਆਇ ਸ਼ਾਸਤਰ, ਦੂਸਰਾ ਹੈ ਪਤੰਜਲੀ ਦਾ ਯੋਗ ਸ਼ਾਸਤਰ, ਜਿਹਦੇ 'ਚ ਅੱਗੋਂ 4 ਤਰ੍ਹਾਂ ਦੇ ਯੋਗ ਆ ਜਾਂਦੇ ਆ, ਲਾਏ ਯੋਗ, ਹਠ ਯੋਗ, ਰਾਜ ਯੋਗ, ਮੰਤਰ ਯੋਗ। ਕਪਿਲ ਦਾ ਸੰਖਿਆ ਸ਼ਾਸਤਰ, ਜਿਹਦੇ 'ਚ ਉਹਨਾਂ ਨੇ 3 ਚੀਜ਼ਾਂ ਦਾ ਜ਼ਿਕਰ ਕੀਤਾ ਹੈ, ਸਤਵ, ਰਜਸ, ਤਮਸ, ਜਿਨ੍ਹਾਂ ਨੂੰ ਅਸੀਂ ਬਾਅਦ ਦੇ ਵਿੱਚ ਜਦੋਂ ਡਿਟੇਲ 'ਚ ਪੜ੍ਹਾਂਗੇ ਤਾਂ ਉਹਦੇ ਵਿੱਚ ਅਸੀਂ ਇਸ ਚੀਜ਼ ਨੂੰ ਵੀ ਐਕਸਪਲੇਨ ਕਰਾਂਗੇ। ਉਸ ਤੋਂ ਬਾਅਦ ਤੁਹਾਡੇ ਕੋਲੇ ਆ ਜਾਂਦੇ ਨੇ ਨੈਕਸਟ ਜਿਹੜਾ ਲਿਟਰੇਚਰ ਦਾ ਹੈਗਾ 4th ਪਾਰਟ ਹੈਗਾ ਕਨਾਦ ਦਾ ਵਿਸ਼ੇਸ਼ਿਕ ਸ਼ਾਸਤਰ, ਜਿਹਦੇ ਜੀਵਨ ਐਟੋਮਿਕ ਥਿਊਰੀ ਤੱਕ ਦਾ ਜ਼ਿਕਰ ਸਾਨੂੰ ਜਿਹੜਾ ਹੈਗਾ ਦੇਖਣ ਨੂੰ ਮਿਲਦਾ ਹੈ। ਜੈਮਨੀ ਦਾ ਪੂਰਵ ਮੀਮਾਂਸ ਸ਼ਾਸਤਰ ਔਰ ਵਿਆਸ ਦਾ ਉੱਤਰ ਮੀਮਾਂਸ ਸ਼ਾਸਤਰ, ਕਿ ਈਸ਼ਵਰ ਦੀ ਭਗਤੀ ਕਿੱਦਾਂ ਕਰਨੀ ਚਾਹੀਦੀ ਹੈ। ਬ੍ਰਹਮ ਤੱਤ ਦਾ ਪੂਰਨ ਰੂਪ ਜਿਹੜਾ ਹੈਗਾ ਸਾਨੂੰ ਇਸ ਵਿਆਸ ਦੇ ਉੱਤਰ ਮੀਮਾਂਸ ਸ਼ਾਸਤਰ 'ਚ ਮਿਲਦਾ ਹੈ। ਉਸ ਤੋਂ ਬਾਅਦ ਫਿਰ ਕੁਛ ਆਮ ਲੋਕਾਂ ਨੂੰ ਸਮਝਾਉਣ ਦੇ ਲਈ ਚੀਜ਼ਾਂ ਨੂੰ ਸਾਨੂੰ ਸਟੋਰੀ ਰਾਈਟਿੰਗ ਦੇ ਵਿੱਚ ਵੀ ਸਮਝਾਉਣਾ ਪੈਂਦਾ, ਤਾਂ ਕਿ ਇੱਕ ਸ਼ਰਧਾ ਦੇ ਨਾਲ ਵਿਅਕਤੀ ਉਸ ਨੂੰ ਸਮਝ ਸਕਣ। ਉਹਨੂੰ ਫਿਰ ਪੁਰਾਣਾਂ ਦੀ ਰਚਨਾ ਹੋਈ ਔਰ 18 ਜਿਹੜੇ ਨੇ ਗਿਣਤੀ ਪੁਰਾਣ ਨੇ, ਜਿਨ੍ਹਾਂ ਵਿੱਚੋਂ ਉਹਦੇ 5 ਹਿੱਸੇ ਨੇ। ਤਾਂ ਉਹ ਅਸੀਂ ਡਿਟੇਲ ਦੇ ਵਿੱਚ ਜਦੋਂ ਵਾਯੂ ਪੁਰਾਣ, ਬ੍ਰਹਮ ਪੁਰਾਣ, ਵਿਸ਼ਨੂੰ ਪੁਰਾਣ, ਮਾਤਸਿਆ ਪੁਰਾਣ, ਭਗਵਤ ਪੁਰਾਣ, ਇਹਨਾਂ ਦਾ ਜ਼ਿਕਰ ਅਸੀਂ ਇਹਦੇ ਵਿੱਚ ਕਰਾਂਗੇ। ਇਸ ਤੋਂ ਇਲਾਵਾ ਫਿਰ ਬਾਅਦ ਦੇ ਵਿੱਚ ਬੇਟਾ ਧਰਮ ਸ਼ਾਸਤਰ ਲਿਖੇ ਗਏ ਕਿ ਸਮਾਜ ਦੇ ਵਿੱਚ ਜੀਵਨ ਕਿੱਦਾਂ ਬਤੀਤ ਕਰਨਾ ਹੈ, ਬ੍ਰਹਮਚਾਰਿਆ ਜੀਵਨ ਕੀ ਹੋਏਗਾ, ਗ੍ਰਸਤ ਕੀ ਹੋਏਗਾ, ਵਾਨਪ੍ਰਸਥ ਕੀ ਹੋਏਗਾ, ਸੰਨਿਆਸ ਕੀ ਹੋਏਗਾ, ਜਿਹਦੇ 'ਚ ਬਹੁਤ ਸਾਰੀਆਂ ਸਮ੍ਰਿਤੀਆਂ ਦੀ ਰਚਨਾ ਹੋਈ। ਔਰ ਜਿਸ ਸਮ੍ਰਿਤੀ ਦਾ ਤੁਸੀਂ ਜ਼ਿਕਰ ਕਈ ਵਾਰੀ ਸੁਣਦੇ ਹੋ, ਮਨੂ ਸਮ੍ਰਿਤੀ ਬਹੁਤ ਸਾਰੇ ਲੋਕਾਂ ਨੇ ਸੁਣੀ ਹੈ, ਉਹ ਇਸ ਸਮੇਂ ਦੇ ਵਿੱਚ ਰਚੀ ਗਈ। ਪਰ ਮਨੂ ਸਮ੍ਰਿਤੀ ਇਕੱਲੀ ਇੱਕ ਸਮ੍ਰਿਤੀ ਨਹੀਂ ਸੀ, ਹੋਰ ਸਮ੍ਰਿਤੀਆਂ ਵੀ ਰਚੀਆਂ ਗਈਆਂ। ਵਿਸ਼ਨੂੰ ਸਮ੍ਰਿਤੀ ਹੈ, ਨਾਰਦ ਸਮ੍ਰਿਤੀ ਹੈ, ਹੋਰ ਸਮ੍ਰਿਤੀਆਂ ਦੀ ਰਚਨਾ ਵੀ ਇਸ ਵਿੱਚ ਮੰਨੀ ਗਈ। ਔਰ ਲਾਸਟ ਪਾਰਟ ਦੇ ਤੌਰ ਦੇ ਉੱਤੇ ਅਸੀਂ ਕਹਿ ਦਿੰਦੇ ਹਾਂ 2 ਐਪਿਕਸ, ਰਾਮਾਇਣ ਅਤੇ ਮਹਾਭਾਰਤ, ਜੋ ਇਸ ਪੁਰਾਣਿਕ ਲਿਟਰੇਚਰ ਦਾ ਹੀ ਪਾਰਟ ਨੇ, ਉਹਨਾਂ ਦੀ ਰਚਨਾ ਹੋਈ। ਤਾਂ ਇਹ ਪੂਰੀ ਦੀ ਪੂਰੀ ਲਿਟਰੇਚਰ ਸਾਡੇ ਕੋਲੇ ਹੈ, ਜਿਹਦੇ ਬੇਸ 'ਤੇ ਅਸੀਂ ਰਿਗ ਵੈਦਿਕ ਕਾਲ ਨੂੰ ਪੜ੍ਹ ਚੁੱਕੇ ਹਾਂ। ਬਾਕੀ ਦੇ ਬੇਸ ਦੇ ਉੱਤੇ ਅਸੀਂ ਉੱਤਰ ਵੈਦਿਕ ਕਾਲ ਦੀ ਜਾਣਕਾਰੀ ਸਾਨੂੰ ਇਹਨਾਂ ਤੋਂ ਮਿਲਦੀ ਹੈ, ਉਸ ਨੂੰ ਅਸੀਂ ਸਮਝਣ ਦੀ ਕੋਸ਼ਿਸ਼ ਜਿਹੜੀ ਹੈਗੀ ਹੈ ਉਹ ਕਰਨੀ ਹੈ।